ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 5ਵਾਂ। ਮੈਂ ਕਿਹਾ ਜੀ ਅਸੀਂ ਕੰਬੋ ਹਾਂ ਤੇ ਕੰਬੋ ਜੱਟ ਨਹੀਂ ਹੁੰਦੇ। ਪੁਸ਼ਟੀ ਵਜੋਂ ਇੱਕ ਕਿਤਾਬ ਵੀ ਨਾਲ ਪੇਸ਼ ਕਰ ਦਿੱਤੀ, ਪਰ ਇਨਕਮ ਟੈਕਸ ਅਫਸਰ ਨੇ ਹੋਰ ਕਤੁੱਤ ਕੱਢ ਦਿੱਤੀ ਕਿ ਭਾਵੇਂ ਤੁਸੀਂ ਜੱਟ ਨਹੀਂ ਤਾਂ ਵੀ ਇਹ ਸੰਯੁਕਤ ਪਰਿਵਾਰ ਵਾਲਾ ਕਾਨੂੰਨ ਸਿਰਫ ਸ਼ਹਿਰਾਂ ਵਿੱਚ ਹੀ ਲਾਗੂ ਹੁੰਦਾ ਹੈ, ਪਿੰਡਾਂ ਵਿੱਚ ਨਹੀਂ। ਮੈਂ ਉਸੇ ਵੇਲੇ ਮੈਜਿਸਟ੍ਰੇਟ ਫਸਟ ਕਲਾਸ ਕੋਲੋਂ ਤਸਦੀਕ ਕਰਵਾ ਕੇ ਇੱਕ ਹੋਰ ਬਿਆਨ ਹਲਫੀਆ ਦੇ ਦਿੱਤਾ ਕਿ ਮੈਂ ਪਿੰਡ ਵਿੱਚ ਨਹੀਂ ਸ਼ਹਿਰ ਵਿੱਚ ਰਹਿੰਦਾ ਹਾਂ, ਤੇ ਇਸ ਗੱਲ ਦੀ ਪੁਸ਼ਟੀ ਲਈ ਮਿਊਨਿਸਪਲ ਕਮੇਟੀ ਜਲੰਧਰ ਦਾ ਨੋਟੀਫਿਕੇਸ਼ਨ ਅਤੇ ਸਰਟੀਫਿਕੇਟ ਵੀ ਨਾਲ ਨੱਥੀ ਕਰ ਦਿੱਤਾ। ਇਨਕਮ ਟੈਕਸ ਅਫਸਰ ਜੋ ਇੱਕ ਕੱਟੜ ਹਿੰਦੂ ਬ੍ਰਾਹਮਣ ਸੀ ਤੇ ਕਿਸੇ ਵੀ ਤਰ੍ਹਾਂ ਮੈਨੂੰ ਆਰਥਿਕ ਰਗੜਾ ਲਾਉਣ ਤੇ ਤੁਲਿਆ ਹੋਇਆ ਸੀ, ਨੇ ਕਿਹਾ ਕਿ ਭਾਵੇਂ ਤੁਸੀਂ ਸ਼ਹਿਰ ਵਿੱਚ ਵੀ ਰਹਿੰਦੇ ਹੋ ਤਦ ਵੀ ਇਹ ਕਾਨੂੰਨ ਜੱਦੀ ਜਾਇਦਾਦਾਂ ਤੇ ਹੀ ਲਾਗੂ ਹੁੰਦਾ ਹੈ, ਅਰਥਾਤ ਉਹ ਜਾਇਦਾਦ ਜਿਹੜੀ ਕਿਸੇ ਦੇ ਬਾਬੇ ਪੜਦਾਦੇ ਨੇ ਖਰੀਦੀ ਹੋਵੇ। ਜੇ ਕਿਸੇ ਦੇ ਪਿਤਾ ਨੇ ਜਾਇਦਾਦ ਖਰੀਦੀ ਹੋਵੇ ਤਾਂ ਉਸ ਤੇ ਲਾਗੂ ਨਹੀਂ ਹੁੰਦਾ। ਮੈਂ ਮਹਿਕਮਾ ਮੁੜ ਵਸਾਊ ਜਾ ਕੇ ਪੁਰਾਣੀ ਉਹ ਫਰਦ ਜਮਾਬੰਦੀ ਕਢਵਾ ਲਈ ਜਿਸ ਤੋਂ ਸਾਨੂੰ ਪਾਕਿਸਤਾਨ ਦੀ ਜ਼ਮੀਨ ਬਦਲੇ ਇੱਥੇ ਜ਼ਮੀਨ ਅਲਾਟ ਹੋਈ ਸੀ। ਜ਼ਮੀਨ ਦੀ ਅਲਾਟਮੈਂਟ ਦੇ ਕਾਗਜ਼ ਵੀ ਦਾਖਲ ਕੀਤੇ, ਫਰਦ ਦੇ ਨਾਲ ਕੁਰਸੀਨਾਮੇ ਦੀ ਨਕਲ ਵੀ ਨਾਲ ਲਾਈ, ਪਰ ਅਫਸਰ ਫਿਰ ਵੀ ਨਾ ਮੰਨਿਆ। ਉਸਨੇ ਕਿਹਾ ਇਹ ਤਾਂ ਠੀਕ ਹੈ ਕਿ ਜ਼ਮੀਨ ਤੁਹਾਨੂੰ ਪਾਕਿਸਤਾਨ ਵਾਲੀ ਜ਼ਮੀਨ ਵੱਟੇ ਮਿਲੀ ਹੈ, ਪਰ ਇਹ ਕਿੱਥੇ ਸਾਬਤ ਹੁੰਦਾ ਹੈ ਕਿ ਤੁਹਾਡੇ ਬਾਬੇ ਜਾਂ ਪੜਦਾਦੇ ਦੀ ਹੈ? ਕੀ ਪਤਾ ਤੁਹਾਡੇ ਪਿਤਾ ਜੀ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਮੁੱਲ ਲਈ ਹੋਵੇ। ਕਿੱਸਾ ਕੋਤਾ ਇਹ ਕਿ ਇਨਕਮ ਟੈਕਸ ਅਫਸਰ ਸਿੱਧੇ ਸਾਦੇ ਕੇਸ ਨੂੰ ਮੁਤਸਬੀ ਪੁਣੇ ਕਰਕੇ ਹੀ ਉਲਝਾ ਰਿਹਾ ਸੀ। ਉਹ ਮੈਨੂੰ ਕੋਈ ਵੀ ਰਿਆਇਤ ਦੇਣ ਲਈ ਤਿਆਰ ਨਹੀਂ ਸੀ। ਮਾੜੀ ਮੋਟੀ ਰਿਸ਼ਵਤ ਦੀ ਵੀ ਗੱਲ ਚੱਲੀ, ਪਰ ਜਿੰਨੀ ਉਹ ਮੰਗਦਾ ਸੀ ਉਨੀ ਰਿਸ਼ਵਤ ਮੈਂ ਆਪਣੀ ਅੱਧੀ ਜ਼ਮੀਨ ਵੀ ਵੇਚ ਕੇ ਵੀ ਨਹੀਂ ਸਾਂ ਦੇ ਸਕਦਾ। ਅਖੀਰ ਜੱਦੀ ਜ਼ਮੀਨ ਸਾਬਤ ਕਰਨ ਲਈ ਮੈਂ ਪਾਕਿਸਤਾਨ ਜਾਣ ਦਾ ਫੈਸਲਾ ਕਰ ਲਿਆ। ਉਦੋਂ ਪਾਕਿਸਤਾਨ ਵਿੱਚ ਜ਼ਿਆ ਉਲ ਹਕ ਨੇ ਜ਼ੁਲਫਕਾਰ ਅਲੀ ਭੁੱਟੋ ਦਾ ਤਖਤਾ ਪਲਟ ਕੇ ਰਾਜ ਸੰਭਿਆ ਸੀ ਤੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਗੜਬੜ ਚੱਲ ਰਹੀ ਸੀ ਤੇ ਅਮਨ ਕਾਨੂੰਨ ਦੀ ਸਥਿਤੀ ਚੰਗੀ ਨਹੀਂ ਸੀ। ਪਰ ਜਾਇਦਾਦ ਬਚਾਉਣ ਲਈ ਮੈਂ ਇਹ ਜੋਖਮ ਵੀ ਉਠਾਇਆ ਤੇ ਪਾਕਿਸਤਾਨ ਜਾਣ ਵਾਸਤੇ ਵੀਜ਼ਾ ਲੈਣ ਲਈ ਪਾਕਿਸਤਾਨ ਐਮਬੈਸੀ ਵਿੱਚ ਜਾ ਪੇਸ਼ ਹੋਇਆ। ਕਿਉਂਕਿ ਕਦੇ ਕਿਸੇ ਇਕੱਲੇ ਸਿੱਖ ਨੇ ਇਨਕਮ ਟੈਕਸ ਦੇ ਬਚਾਅ ਲਈ ਵੀਜ਼ਾ ਨਹੀਂ ਸੀ ਮੰਗਿਆ, ਇਸ ਲਈ ਇਹ ਗੱਲ ਪਾਕਿਸਤਾਨ ਦੇ ਹਾਈ ਕਮਿਸ਼ਨਰ ਦੀ ਸਮਝ ਤੋਂ ਬਾਹਰ ਸੀ। ਉਹ ਇਸ ਗੱਲ ਤੋਂ ਬਹੁਤ ਹੈਰਾਨ ਸੀ ਕਿ ਹਿੰਦੁਸਤਾਨ ਵਿੱਚ ਖੇਤੀ ਵਰਗੇ ਅਤ ਘਾਟੇ ਦੇ ਧੰਦੇ ਤੇ ਵੀ ਇਨਕਮ ਟੈਕਸ ਲੱਗਦਾ ਹੈ। ਇਸ ਸਾਰੀ ਗੱਲ ਦਾ ਜ਼ਿਕਰ ਮੈਂ ਆਪਣੀ ਹੋਰ ਛਪ ਰਹੀ ਕਿਤਾਬ ਮੇਰੀ ਪਾਕਿਸਤਾਨ ਯਾਤਰਾ ਕੁਝ ਯਾਦਾਂ ਵਿੱਚ ਕੀਤਾ ਹੈ। ਮੈਨੂੰ ਵੀ ਕਿਉਂਕਿ ਜਾਨ ਪਿਆਰੀ ਸੀ, ਇਸ ਕਰਕੇ ਵੀਜ਼ਾ ਮਿਲ ਜਾਣ ਤੇ ਵੀ ਮੈਂ ਪਾਕਿਸਤਾਨ ਨਾ ਗਿਆ, ਪਰ ਪਾਕਿਸਤਾਨੀਆਂ ਦੀ ਸਿੱਖਾਂ ਨਾਲ ਦਿਲੀ ਹਮਦਰਦੀ ਤੇ ਮੇਰਾ ਦਿਲ ਮੋਹ ਲਿਆ। ਪਰ ਪਾਕਿਸਤਾਨੀਆਂ ਦੀ ਸਿੱਖਾਂ ਨਾਲ ਦਿਲੀ ਹਮਦਰਦੀ ਨੇ ਮੇਰਾ ਦਿਲ ਮੋਹ ਲਿਆ ਕਿਉਂਕਿ ਹਿੰਦੁਸਤਾਨ ਵਿੱਚੋਂ ਪਾਕਿਸਤਾਨ ਜਾਣ ਵਾਲੇ ਮੁਸਲਮਾਨਾਂ ਨੂੰ ਇੱਥੋਂ ਛੱਡ ਕੇ ਜਾਣ ਵਾਲੀ ਜ਼ਮੀਨ ਦੇ ਬਦਲੇ ਲਗਭਗ ਦੁੱਗਣੀ ਜ਼ਮੀਨ ਤੇ ਕਈ ਸ਼ਹਿਰਾਂ ਵਿੱਚ ਕੀਮਤ ਦੇ ਲਿਹਾਜ਼ ਨਾਲ ਤਿਗਣੀ ਤੋਂ ਵੀ ਵੱਧ ਮਿਲੀ ਸੀ। ਇਹ ਗੱਲ ਮੈਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਆਪ ਦੱਸੀ ਸੀ। ਬਾਬੂ ਰਜਬ ਅਲੀ ਜੋ ਇੱਕ ਕਿੱਸਾਕਾਰ ਸੀ, ਮੋਗੇ ਦਾ ਰਹਿਣ ਵਾਲਾ ਸੀ ਤੇ ਨਹਿਰ ਦੇ ਮਹਿਕਮੇ ਵਿੱਚ ਨੌਕਰੀ ਵੀ ਕਰਦਾ ਸੀ। ਪਾਕਿਸਤਾਨ ਵਿੱਚ ਲਿਖੀ ਉਸ ਦੀ ਲਿਖਤ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਭਾਰਤ ਵਿੱਚੋਂ ਮੋਗੇ ਤੋਂ 20 ਕਿੱਲੇ ਪੁਸ਼ਤੈਨੀ ਜਾਇਦਾਦ ਛੱਡ ਕੇ ਪਾਕਿਸਤਾਨ ਗਿਆ ਸੀ, ਪਰ ਉੱਥੇ ਉਸ ਨੂੰ 40 ਕਿੱਲੇ ਉਪਜਾਊ ਜ਼ਮੀਨ ਮਿਲੀ। ਬਾਬੂ ਰਜਬ ਅਲੀ ਜਿਸ ਮੋਗੇ ਵਿੱਚੋਂ ਗਿਆ ਸੀ, ਲੋਕ ਉਸ ਮੋਗੇ ਨੂੰ ਮੋਗਾ ਸਹਿਕਿਆਂ ਜੋਗਾ ਕਹਿੰਦੇ ਹੁੰਦੇ ਸਨ।
ਇਸ ਦੀ ਪੁਸ਼ਟੀ ਲਈ ਥੱਲੇ ਉਸ ਦੀ ਲਿਖੀ ਹੋਈ ਕਵਿਤਾ ਇਨ ਬਿਨ ਦਿੱਤੀ ਜਾ ਰਹੀ ਹੈ। ਰਜਬ ਅਲੀ ਨਾਮ ਸ਼ਾਹੋ ਕੇ ਗ੍ਰਾਮ ਹੈ, ਮੰਨ ਲੈਣਾ ਹੱਥ ਜੋੜ ਕੇ ਸਲਾਮ ਹੈ। ਬਾਗੇ ਵਾਲਾ ਠਾਣਾ ਮੋਗੇ ਦੀ ਤਹਿਸੀਲ ਸੀ, ਮੋਗਾ ਸਾਡੇ ਪਿੰਡ ਤੋਂ 17 ਮੀਲ ਸੀ। ਮੇਰੇ ਪਾਸ ਬਾਬੂ ਨਹਿਰੀ ਦੀ ਅਸਾਮੀ ਸੀ, ਜਾਣਦੇ ਬਥੇਰੇ ਲੋਕ ਲਾਹਮੀ ਸ਼ਹਾਮੀ ਸੀ। ਸੰਨ 47 ਦੇਸ਼ ਚੋਂ ਉਜਾੜੇ ਸੀ, ਅੰਨ ਜਲ ਲੈ ਗਿਆ ਖਿੱਚ ਕੇ ਉਕਾੜੇ ਸੀ। 32 ਚੱਕ ਮਿਲ ਗਿਆ ਠਿਕਾਣਾ ਛੇਕੜ ਐ, ਮਿਲ ਗਈ ਜ਼ਮੀਨ ਉਥੇ 40 ਏਕੜ ਐ। ਸ਼ਹਿਰ ਦੇ ਸਾਹਮਣੇ ਜਲਾਲਾਬਾਦ ਦੇ, ਜਿੱਥੇ ਬਾਲੇ ਖੇਤ ਧਾਨ ਤੇ ਕਮਾਦ ਦੇ। ਲੱਗੇ ਨਾ ਕਿਸੇ ਦਾ ਚਿੱਤ ਪਰਦੇਸ ਜਾ, ਹੋ ਗਈ 60 ਏਕੜ ਆਬਾਦ ਏਸ ਜਾ। ਕਾਕਿਆਂ ਦੀ ਮਾਂ ਤੇ ਮੈਂ 32 ਚ ਰਹਿੰਦੇ ਆ, ਪੈਨਸ਼ਨ ਮਿਲਦੀ ਐ 12 ਲੈਨੇ ਆ, ਪੈਨਸ਼ਨ ਮਿਲਦੀ ਐ ਬਹਾਰਾਂ ਲੈਨੇ ਆ। ਜਦੋਂ ਕਿ ਸਾਨੂੰ 50% ਘੱਟ ਤੇ ਜਾਂ ਕੱਟ ਤਾਂ ਸਿੱਧੀ ਹੀ ਲਾ ਦਿੱਤੀ ਗਈ ਸੀ। ਤੇ ਫਿਰ ਅਰਬਨ ਸਬ ਅਰਬਨ ਦੇ ਰੂਰਲ ਜਾਂ ਰੂਰਲ ਅਰਥਾਤ ਸ਼ਹਿਰੀ, ਸ਼ਹਿਰ ਦੇ ਨੇੜੇ ਵਾਲੀ ਤੇ ਪੇਂਡੂ ਜ਼ਮੀਨ ਦਾ ਵਿਤਕਰਾ ਪਾ ਕੇ ਵੀ ਹੋਰ ਕੱਟ ਲਾਈ ਗਈ ਸੀ। ਇਹ ਬਾਣੀਆ ਸਰਕਾਰ ਨੇ ਸਾਡੀ ਹੀ ਜ਼ਮੀਨ ਦੇ ਵਟਾਂਦਰੇ ਵਿੱਚ ਆਈ ਹੋਈ ਜ਼ਮੀਨ ਜੋ ਅਲਾਟ ਕਰਨ ਤੋਂ ਬਚ ਗਈ ਸੀ ਨੂੰ ਵੇਚ ਕੇ ਸਰਕਾਰੀ ਖਜ਼ਾਨੇ ਵਿੱਚ ਵਾਧਾ ਕੀਤਾ, ਪਰ ਵਾਧੂ ਜ਼ਮੀਨ ਅਲਾਟੀਆਂ ਵਿੱਚ ਨਾ ਵੰਡੀ, ਜਦੋਂ ਕਿ ਉਸ ਜ਼ਮੀਨ ਤੇ ਸਾਡਾ ਹੱਕ ਬਣਦਾ ਸੀ। ਸਾਡੀਆਂ ਜ਼ਮੀਨਾਂ ਦਾ ਵਟਾਂਦਰਾ ਹੋਇਆ ਸੀ, ਭਾਰਤ ਸਰਕਾਰ ਦੀ ਜ਼ਮੀਨ ਦਾ ਨਹੀਂ ਹੋਇਆ ਸੀ। ਜਦੋਂ ਕਿ ਪਾਕਿਸਤਾਨ ਨੇ ਮਰਲਾ ਜ਼ਮੀਨ ਇਧਰੋਂ ਜਾਣ ਵਾਲੇ ਮੁਸਲਮਾਨ ਕਿਸਾਨਾਂ ਵਿੱਚ ਵੰਡ ਦਿੱਤੀ ਸੀ। ਮੇਰਾ ਪਰਿਵਾਰ ਪਾਕਿਸਤਾਨ ਵਿੱਚੋਂ ਉੱਜੜ ਕੇ ਇੱਧਰ ਆ ਕੇ ਆਰਥਿਕ ਇਨਸਾਫ ਲੈਣ ਲਈ 2 ਵਾਰ ਸੁਪਰੀਮ ਕੋਰਟ ਜਾ ਚੁੱਕਾ ਸੀ। ਮੁਕੱਦਮੇ ਲੜ ਕੇ ਅਸੀਂ ਤਬਾਹ ਹੋ ਚੁੱਕੇ ਸਾਂ। ਇਸ ਤਰ੍ਹਾਂ ਮੈਂ ਹਰ ਤਰ੍ਹਾਂ ਦੇ ਤਜਰਬੇ ਵਿੱਚੋਂ ਨਿਕਲ ਚੁੱਕਾ ਸਾਂ। ਇਸ ਟੈਕਸ ਦੇ ਮੁਕੱਦਮੇ ਨੇ ਮੇਰੀ ਜ਼ਿੰਦਗੀ ਦੇ ਕਈ ਸਾਲ ਬੇਕਾਰ ਕਰ ਦਿੱਤੇ ਸਨ। ਮੈਂ ਇੱਕ ਤਰ੍ਹਾਂ ਨਾਲ ਬਿਮਾਰ ਹੋ ਗਿਆ ਸਾਂ। ਜੇ ਕਿਤੇ ਦੂਰ ਢੋਲ ਵੱਜਦਾ ਤਾਂ ਮੈਨੂੰ ਲੱਗਦਾ ਜਿਵੇਂ ਮੇਰੀ ਜ਼ਮੀਨ ਦੀ ਕੁਰਕੀ ਹੋਣ ਲੱਗੀ ਹੈ। ਇਹ ਮੇਰਾ ਇਕੱਲੇ ਕਿਸਾਨ ਦਾ ਹਾਲ ਨਹੀਂ ਸੀ। ਉਹਨਾਂ ਦਿਨਾਂ ਵਿੱਚ ਬਹੁਤੇ ਕਿਸਾਨਾਂ ਨੂੰ ਮੈਂ ਨੀਂਦ ਦੀਆਂ ਗੋਲੀਆਂ ਕੰਪੋਜ਼ ਖਾਂਦਿਆਂ ਵੇਖਿਆ ਸੀ। ਲਗਭਗ ਕਈ ਕਿਸਾਨਾਂ ਦੀ ਇਕੱਠੀ ਹੀ ਅੱਗੜ ਪਿਛੜ ਤਰੀਕ ਹੁੰਦੀ ਸੀ ਤੇ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਾਂ। ਜੇ ਇੱਕ ਜਣਾ ਨੀਂਦ ਦੀ ਗੋਲੀ ਖਾਣ ਲੱਗਦਾ ਤਾਂ ਉਹ ਸ਼ਿਸ਼ਟਾਚਾਰ ਦੇ ਤੌਰ ਤੇ ਦੂਜੇ ਅੱਗੇ ਵੀ ਕਰਦਾ, ਜਿਵੇਂ ਸਿਗਰਟਾਂ ਪੀਣ ਵਾਲੇ ਦੂਜੇ ਨੂੰ ਸੁਲਾ ਮਾਰਦੇ ਹਨ। ਹੈਰਾਨੀ ਵਿੱਚ ਹੁੰਦੀ ਕਿ ਨਾ ਕਹਿਣ ਦੀ ਥਾਂ ਦੂਜਾ ਕਿਸਾਨ ਵੀ ਗੋਲੀ ਲੈ ਕੇ ਉਸੇ ਵੇਲੇ ਹੀ ਪਾਣੀ ਨਾਲ ਖਾ ਲੈਂਦਾ। ਪਤਾ ਨਹੀਂ ਇਹ ਕਿਹੜੇ ਕਿਸਾਨ ਨੇ ਕਾਢ ਕੱਢੀ ਸੀ, ਪਰ ਇਹ ਪ੍ਰਚਲਿਤ ਬਹੁਤ ਹੋਈ ਸੀ। ਲਗਭਗ ਸਾਰਿਆਂ ਨੇ ਹੀ ਆਪਣੀਆਂ ਜ਼ਮੀਨਾਂ ਵੇਚਣੀਆਂ ਲਾਈਆਂ ਹੋਈਆਂ ਸਨ, ਪਰ ਗਾਹਕ ਕੋਈ ਨਹੀਂ ਸੀ। ਉਹਨਾਂ ਦਿਨਾਂ ਵਿੱਚ ਜੇ ਮੈਂ ਸ਼ਰਾਬ ਦੇ 2-3 ਪੈਗ ਪੀਂਦਾ ਤਾਂ ਮੈਨੂੰ ਨਸ਼ਾ ਆਉਣ ਦੀ ਥਾਂ ਅਚਵਾਈ ਜਿਹੀ ਲੜਨ ਲੱਗ ਪੈਂਦੀ ਤੇ ਮੈਂ ਬਹੁਤ ਬੇਚੈਨ ਹੋ ਜਾਂਦਾ। ਮੇਰਾ ਸਾਰਾ ਸਰੀਰ ਆਕੜਿਆ ਹੋਇਆ ਤੇ ਦੁਖਦਾ ਮਾਲੂਮ ਹੁੰਦਾ। ਸਾਰੀ ਰਾਤ ਮੈਂ ਉਛਲ ਵੱਟੇ ਭੰਨਦਾ ਰਹਿੰਦਾ। ਜੇ ਇੱਕ ਲੱਤ ਨੂੰ ਸਿੱਧੀ ਕਰਕੇ ਰੱਖਦਾ ਤਾਂ ਦੂਜੀ ਨੂੰ ਮੋੜ ਲੈਂਦਾ ਤੇ ਇਸ ਤਰ੍ਹਾਂ ਸਾਰੀ ਰਾਤ ਪਾਸੇ ਮਾਰਦਾ ਪਰਤਦਾ ਰਹਿੰਦਾ ਤੇ ਘੜੀ ਘੜੀ ਪਿਸ਼ਾਬ ਕਰਨ ਜਾਂਦਾ। ਤੜਕੇ ਜਾ ਕੇ ਕਿਤੇ ਮੈਨੂੰ ਨੀਂਦ ਆਉਂਦੀ ਤੇ ਉਹ ਵੇਲਾ ਫਿਰ ਜਾਗਣ ਦਾ ਹੁੰਦਾ। ਇਸ ਬੇਚੈਨੀ ਜਿਹੀ ਦਾ ਕਰਕੇ ਮੈਂ ਸ਼ਰਾਬ ਪੀਣੀ ਹੀ ਬੰਦ ਕਰ ਦਿੱਤੀ, ਕਿਉਂਕਿ ਮੈਨੂੰ ਇਹ ਮੁਆਫਕ ਹੀ ਨਹੀਂ ਸੀ ਬਹਿੰਦੀ। ਪਰ ਬੇਚੈਨੀ ਫੇਰ ਵੀ ਉਸੇ ਤਰ੍ਹਾਂ ਹੀ ਰਹਿੰਦੀ। ਲਗਭਗ 2-2.5 ਸਾਲ ਮੈਂ ਸ਼ਰਾਬ ਨੂੰ ਹੱਥ ਵੀ ਨਾ ਲਾਇਆ। ਇੱਕ ਦਿਨ ਮੈਂ ਆਪਣੀ ਫੀਟ ਕਾਰ ਤੇ ਆਪਣੇ ਬੱਚਿਆਂ ਨਾਲ ਮਾਡਲ ਟਾਊਨ ਮਾਰਕੀਟ ਵੱਲ ਉਹਨਾਂ ਦੀ ਸਕੂਲ ਦੀ ਵਰਦੀ ਤੇ ਬੂਟ ਲੈਣ ਲਈ ਜਾ ਰਿਹਾ ਸਾਂ ਕਿ ਸਾਈਕਲ ਕੇ ਸਕਾਈਲਾਰਕ ਹੋਟਲ ਕੋਲ ਮੈਨੂੰ ਇਨਕਮ ਟੈਕਸ ਅਫਸਰ ਆਉਂਦਾ ਦਿਸਿਆ। ਪਹਿਲਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਕੋਲ ਕਾਰ ਵੀ ਹੈ। ਜੇ ਉਸ ਨੂੰ ਪਤਾ ਲੱਗਾ ਹੁੰਦਾ ਤਾਂ ਉਸਨੇ ਰਿਸ਼ਵਤ ਕਿਤੇ ਜ਼ਿਆਦਾ ਮੰਗਣੀ ਸੀ। ਇਸ ਘਬਰਾਹਟ ਜਿਹੀ ਵਿੱਚ ਹੀ ਮੇਰੇ ਕੋਲੋਂ ਕਾਰ ਗੋਲ ਚੱਕਰ ਵਿੱਚ ਵੱਜਦੀ ਮਸਾਂ ਬਚੀ। ਮੈਨੂੰ ਨਹੀਂ ਪਤਾ ਕਿ ਉਸਨੇ ਮੈਨੂੰ ਵੇਖ ਲਿਆ ਸੀ ਕਿ ਨਹੀਂ, ਪਰ ਮੇਰੇ ਅੰਦਰ ਇੱਕ ਵਿਚਾਰ ਤੂਫਾਨ ਵਾਂਗ ਉੱਠ ਖਲੋਇਆ।
ਹੁਣ ਮੈਂ ਜਲਦ ਤੋਂ ਜਲਦ ਕਿਸੇ ਨਿਰਣੇ ਤੇ ਪਹੁੰਚਣਾ ਚਾਹੁੰਦਾ ਸਾਂ, ਆਰ ਜਾਂ ਪਾਰ। ਮੇਰੇ ਅੰਦਰ ਇੱਕ ਵਿਚਾਰ ਬਾਰ-ਬਾਰ ਉੱਠ ਰਿਹਾ ਸੀ ਕਿ ਜੇ ਅੱਜ ਐਕਸੀਡੈਂਟ ਹੋ ਜਾਂਦਾ ਤਾਂ ਮੇਰੇ ਸਾਰੇ ਪਰਿਵਾਰ ਦਾ ਮਰਨਾ ਤੈਅ ਸੀ, ਕਿਉਂਕਿ ਮੇਰੇ ਅਗਲੇ ਪਾਸਿਓਂ ਇੱਕ ਟਰੱਕ ਆ ਰਿਹਾ ਸੀ ਜੋ ਪਿੱਛੇ ਬੜੀ ਤੇਜ਼ ਸਪੀਡ ਨਾਲ ਬੱਸ ਆ ਰਹੀ ਸੀ। ਬੱਸ ਨੇ ਕਾਰ ਤੇ ਆ ਚੜ੍ਹਨਾ ਸੀ ਤੇ ਸਾਬਣਦਾਨੀ ਵਰਗੀ ਫੀਟ ਕਾਰ ਨੇ ਬੱਸ ਥੱਲੇ ਆ ਕੇ ਪਤਾਸੇ ਵਾਂਗ ਫਿਸ ਜਾਣਾ ਸੀ। ਜੇ ਟਰੱਕ ਵਿੱਚ ਵੱਜਦੀ ਤਾਂ ਫਿਰ ਵੀ ਪੂਰੀ ਤਰ੍ਹਾਂ ਕੁਚਲੀ ਜਾਣੀ ਸੀ। ਮੈਂ ਤਾਂ ਮਰਦਾ ਹੀ ਸਾਰੇ ਟੱਬਰ ਨੂੰ ਵੀ ਨਾਲ ਲੈ ਬਹਿੰਦਾ। ਮੈਂ ਆਰ ਪਾਰ ਦੀ ਸੋਚ ਕੇ ਹੀ ਗੁੱਸੇ 'ਚ ਉਸ ਨੂੰ ਮਿਲਿਆ ਤੇ ਛਿੱਤਰ ਵੀ ਦਿਖਾਇਆ ਤੇ ਚਾਂਦੀ ਦੀ ਜੁੱਤੀ ਵੀ ਮਾਰੀ, ਤਾਂ ਕਿਤੇ ਜਾ ਕੇ ਇਹ ਮਸਲਾ ਹੱਲ ਹੋਇਆ। ਬਾਅਦ ਵਿੱਚ ਜੱਟਾਂ ਅਤੇ ਹੋਰ ਸਿੱਖਾਂ ਨੂੰ ਹਿੰਦੂ ਕਿਵੇਂ ਮੰਨਿਆ ਗਿਆ, ਇਹ ਗੱਲ ਦੱਸਣੀ ਵੀ ਬੜੀ ਜ਼ਰੂਰੀ ਹੈ। ਹਾਈ ਕੋਰਟ ਨੇ ਇੱਕ ਫੈਸਲਾ ਸੰਵਿਧਾਨ ਦੀ ਧਾਰਾ 25 ਨੂੰ ਮੁੱਖ ਰੱਖ ਕੇ ਪ੍ਰੀਤਮ ਸਿੰਘ ਬਨਾਮ ਅਸਿਸਟੈਂਟ ਕਮਿਸ਼ਨਰ ਸਟੇਟ ਡਿਊਟੀ ਦਿੱਤਾ ਕਿ ਸਾਰੇ ਹੀ ਸਿੱਖ ਆਜ਼ਾਦ ਭਾਰਤ ਵਿੱਚ ਹਿੰਦੂ ਹਨ। ਕਸਟਮਰੀ ਤੇ ਹੋਰ ਅਖੌਤੀ ਕਾਨੂੰਨ ਤੇ ਅੰਗਰੇਜ਼ਾਂ ਦੇ ਬਣਾਏ ਹੋਏ ਹੋਰ ਕਾਨੂੰਨ ਅੰਗਰੇਜ਼ਾਂ ਦੇ ਜਾਣ ਦੇ ਨਾਲ ਹੀ ਖਤਮ ਹੋ ਚੁੱਕੇ ਹਨ। ਹੁਣ ਹਰ ਜੱਟ ਦੀ ਜ਼ਮੀਨ ਵਿੱਚ ਉਸਦੇ ਸ਼ਰੀਕ ਦਾ ਹਿੱਸਾ ਨਹੀਂ, ਸਗੋਂ ਧੀ ਦਾ ਹਿੱਸਾ ਮੰਨਿਆ ਜਾਂਦਾ ਹੈ। ਪਰ ਮਹਿਕਮਾ ਇਨਕਮ ਟੈਕਸ ਨੇ ਹਾਈ ਕੋਰਟ ਦੇ ਇਸ ਹੁਕਮ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਦਾਖਲ ਹੋ ਗਈ ਸੀ। ਪਰ ਥੋੜੇ ਜਿਹੇ ਚਿਰ ਲਈ ਕੇਂਦਰ ਵਿੱਚ ਪ੍ਰਧਾਨ ਮੰਤਰੀ ਚਰਨ ਸਿੰਘ ਦੀ ਸਰਕਾਰ ਬਣੀ, ਜੋ ਇੱਕ ਕਿਸਾਨ ਸੀ ਤੇ ਕਿਸਾਨ ਆਗੂ ਵਜੋਂ ਹੀ ਜਾਣਿਆ ਜਾਂਦਾ ਸੀ। ਉਸਨੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਹ ਅਪੀਲ ਵਾਪਸ ਲੈ ਲਈ। ਹੁਣ ਸਾਰੇ ਭਾਰਤ ਦੇ ਸਾਰੇ ਲੋਕ ਮੁਸਲਮਾਨਾਂ ਤੇ ਈਸਾਈਆਂ ਨੂੰ ਛੱਡ ਕੇ ਹਿੰਦੂ ਹਨ ਤੇ ਉਹਨਾਂ ਸਾਰਿਆਂ ਤੇ ਇੱਕ ਬਰਾਬਰ ਹਿੰਦੂ ਕਾਨੂੰਨ ਲਾਗੂ ਹੁੰਦੇ ਹਨ। ਬਸ ਇੱਥੇ ਆ ਕੇ ਹੀ ਸਿੱਖ ਬਹੁਗਿਣਤੀ ਹਿੰਦੂ ਅਜਗਰ ਦੇ ਵਲੇਵੇਂ ਵਿੱਚ ਆ ਗਈ ਹੈ ਤੇ ਹੁਣ ਇਸ ਨੂੰ ਨਿਗਲੇ ਜਾਣ ਤੋਂ ਕੋਈ ਨਹੀਂ ਬਚਾ ਸਕਦਾ। ਜਦੋਂ ਔਰੰਗਜ਼ੇਬ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਇਤਿਹਾਸ ਗਵਾਹ ਹੈ ਕਿ ਉਸਨੇ ਕੋਈ ਹਿੰਦੂ ਕਤਲ ਨਹੀਂ ਕੀਤਾ। ਹਿੰਦੂ ਇਤਿਹਾਸਕਾਰਾਂ ਤੇ ਅਨਪੜ੍ਹ ਸਿੱਖ ਰਾਗੀਆਂ ਢਾਡੀਆਂ ਨੇ ਇਸ ਕਿਸਮ ਦੀਆਂ ਕਹਾਣੀਆਂ ਘੜ ਲਈਆਂ ਜੋ ਸਿੱਖਾਂ ਨੂੰ ਸੁਣਾ ਕੇ ਉਹਨਾਂ ਨੂੰ ਨੀਮ ਪਾਗਲ ਕਰ ਦਿੱਤਾ ਹੈ। ਉਹ 1.25 ਮਣ ਜੰਝੂ ਜ਼ਰੂਰ ਲਾਉਂਦਾ ਸੀ, ਹੋ ਸਕਦਾ ਹੈ ਇਸ ਤੋਂ ਵੀ ਜ਼ਿਆਦਾ ਲਾਉਂਦਾ ਹੋਵੇ, ਪਰ ਤਲਵਾਰ ਨਾਲ ਉਸਨੇ ਕੋਈ ਹਿੰਦੂ ਵੱਢ ਕੇ ਮੁਸਲਮਾਨ ਨਹੀਂ ਬਣਾਇਆ। ਉਸਨੂੰ ਖੂਨ ਤੇ ਕਤਲੋਗਾਰਤ ਕਰਨ ਦੀ ਲੋੜ ਹੀ ਕੀ ਸੀ। ਤਿੰਨਾਂ ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਦੇ ਸਿੱਖ ਕਿਸਾਨ ਜਿਹੜੇ 1971 ਦੇ ਆਮਦਨ ਕਰ ਦੀ ਮਾਰ ਥੱਲੇ ਆਉਂਦੇ ਸਨ, ਆਪ ਹੀ ਭੱਜ ਕੇ ਹਿੰਦੂ ਬਣਦੇ ਸਨ। ਇਨਕਮ ਟੈਕਸ ਅਫਸਰ ਤਾਂ ਇਹਨਾਂ ਦੇ ਜ਼ੋਰ ਦੇਣ ਤੇ ਵੀ ਇਹਨਾਂ ਨੂੰ ਹਿੰਦੂ ਨਹੀਂ ਸਨ ਮੰਨਦੇ। ਅਸੀਂ ਕਿਸਾਨ ਹੀ ਭੱਜ ਕੇ ਬਿਆਨ ਹਲਫੀਆ ਦਿੰਦੇ ਸੀ ਤੇ ਹੋਰ ਸਬੂਤ ਪੇਸ਼ ਕਰਦੇ ਸੀ ਜਿਨ੍ਹਾਂ ਨਾਲ ਸਾਬਤ ਹੋਵੇ ਕਿ ਅਸੀਂ ਹਿੰਦੂ ਹਾਂ। ਸਗੋਂ ਅਸੀਂ ਤਾਂ ਇਹ ਵੀ ਕਹਿੰਦੇ ਸਾਂ ਕਿ ਸਰਕਾਰ ਸਾਡੇ ਨਾਲ ਵਿਤਕਰਾ ਕਰਦੀ ਹੈ, ਅਸੀਂ ਹਿੰਦੂ ਹਾਂ ਪਰ ਇਹ ਮੰਨਦੀ ਨਹੀਂ। ਚਲੋ ਮੈਂ ਤਾਂ ਜੱਟ ਨਹੀਂ ਸੀ, ਇਸ ਕਰਕੇ ਬਿਆਨ ਹਲਫੀਆ ਦੇ ਦਿੱਤਾ ਕਿ ਮੈਨੂੰ ਹਿੰਦੂ ਸਮਝਿਆ ਜਾਵੇ। ਪਰ ਜੱਟ ਵੀ ਤਾਂ ਇਹੋ ਚਾਰਾ ਜੋਈ ਕਰ ਰਹੇ ਸਨ ਕਿ ਸਾਨੂੰ ਹਿੰਦੂ ਮੰਨਿਆ ਜਾਵੇ। ਅਖੀਰ ਜੱਟਾਂ ਨੇ ਹੀ ਹਾਈ ਕੋਰਟ ਵਿੱਚ ਰਿਟ ਕੀਤੀ ਸੀ, ਜੋ ਪ੍ਰੀਤਮ ਸਿੰਘ ਬਨਾਮ ਅਸਿਸਟੈਂਟ ਕਮਿਸ਼ਨਰ ਸਟੇਟ ਡਿਊਟੀ 1976 103 ITR P&H FB ਅਪਲਾਈਡ ਸੀ ਕਿ ਸਾਨੂੰ ਵੀ ਹਿੰਦੂ ਸਮਝਿਆ ਜਾਵੇ ਤੇ ਹਾਈ ਕੋਰਟ ਨੇ ਇਹ ਮੰਨ ਵੀ ਲਿਆ ਸੀ। ਇਸੇ ਤਰ੍ਹਾਂ ਹੀ ਔਰੰਗਜ਼ੇਬ ਵੇਲੇ ਵੀ ਹਿੰਦੂ ਭੱਜ ਕੇ ਜਾਂਦੇ ਸਨ ਤੇ ਜੰਨੂ ਲਾ ਕੇ ਔਰੰਗਜ਼ੇਬ ਵੱਲੋਂ ਢਾਈ ਹੋਈ ਮੰਜੀ ਜਾਂ ਡਾਹੀ ਹੋਈ ਮੰਜੀ ਤੇ ਰੱਖੀ ਜਾਂਦੇ ਸਨ ਤੇ ਨਾਲ ਹੀ ਆਖੀ ਜਾਂਦੇ ਸਨ, ਹਜ਼ੂਰ ਅੱਜ ਤੋਂ ਅਸੀਂ ਮੁਸਲਮਾਨ ਹੋਏ। ਨੁਕਤਾ ਇੱਥੇ ਵੀ ਉਹੀ ਸੀ ਜਾਂ ਉਹੀ ਹੈ ਜੋ ਸਿੱਖਾਂ ਦਾ ਸੀ। ਭਾਰਤ ਸਰਕਾਰ ਵਾਂਗ ਔਰੰਗਜ਼ੇਬ ਨੇ ਵੀ ਜਜ਼ੀਆ ਲਾ ਦਿੱਤਾ ਸੀ ਜੋ ਹਿੰਦੂ ਤਾਰ ਸਕਣ ਤੋਂ ਅਸਮਰੱਥ ਸਨ। ਇੱਕ ਜਜ਼ੀਆ ਹੀ ਨਹੀਂ, ਹੋਰ ਵੀ ਬਹੁਤ ਸਾਰੇ ਟੈਕਸ ਸਨ। ਉਹਨਾਂ ਕਰਕੇ ਹੀ ਹਿੰਦੂ ਧੜਾਧੜ ਮੁਸਲਮਾਨ ਬਣਦੇ ਜਾ ਰਹੇ ਸਨ। ਜੇ
ਇਹ ਗੱਲ ਨਾ ਹੁੰਦੀ ਤਾਂ ਔਰੰਗਜ਼ੇਬ 22 ਧਾਰ ਦੇ ਰਾਜਿਆਂ ਨੂੰ ਵੀ ਮੁਸਲਮਾਨ ਬਣਨ ਲਈ ਨਾ ਕਹਿੰਦਾ। ਜੇ ਉਸ ਨੇ ਇਸਲਾਮ ਹੀ ਫੈਲਾਉਣਾ ਸੀ ਤਾਂ ਉਸਨੇ ਹਿੰਦੂਆਂ ਦੇ ਉੱਚ ਤਬਕੇ ਨੂੰ ਇਸ ਵਿੱਚ ਸ਼ਾਮਲ ਕਿਉਂ ਨਾ ਕੀਤਾ। ਤਲਵਾਰ ਨੇ ਤਾਂ ਮੁਸਲਮਾਨ ਬਣਨ ਤੋਂ ਜੋ ਵੀ ਆਨਾਕਾਨੀ ਕਰਦਾ ਝਟਕਾ ਕੇ ਪਰਾਂ ਮਾਰਨਾ ਸੀ। ਨਾਲੇ ਇਸ ਤਰ੍ਹਾਂ ਕਰਨ ਨਾਲ ਇਸਲਾਮ ਵਿੱਚ ਵੀ ਅਮੀਰ ਵਰਗ ਦਾ ਵਾਧਾ ਹੁੰਦਾ। ਔਰੰਗਜ਼ੇਬ ਨੇ ਗਰੀਬ ਜਿਹੇ ਹਿੰਦੂਆਂ ਕੋਲੋਂ ਹੀ ਕੀ ਲੈਣਾ ਸੀ। ਇਸੇ ਤਰ੍ਹਾਂ ਹੀ ਉਸ ਨੇ ਦਲਿਤ ਵਰਗ ਨੂੰ ਕੁਝ ਨਹੀਂ ਕਿਹਾ। ਅਛੂਤ ਤਾਂ ਉਹ ਹਿੰਦੂਆਂ ਵਾਸਤੇ ਸਨ, ਮੁਸਲਮਾਨ ਧਰਮ ਵਿੱਚ ਤਾਂ ਸਭ ਬਰਾਬਰ ਹਨ। ਔਰੰਗਜ਼ੇਬ ਨੂੰ ਤਾਂ ਉਹਨਾਂ ਨੂੰ ਮੁਸਲਮਾਨ ਬਣਾਉਣ ਦਾ ਪੂਰਾ ਹੀ ਸਵਾਬ ਮਿਲਣਾ ਸੀ। ਅਸਲ ਵਿੱਚ ਉਸਨੇ ਜਜ਼ੀਆ ਤੇ ਹੋਰ ਹਿੰਦੂ ਟੈਕਸ ਲਾਏ ਹੋਏ ਸਨ। ਉੱਪਰਲਾ ਅਮੀਰ ਤਬਕਾ ਚੁੱਪ ਚੁਪੀਤੇ ਤਾਰ ਦਿੰਦਾ ਸੀ ਤੇ ਇਸ ਤਰ੍ਹਾਂ ਬਾਦਸ਼ਾਹ ਦੇ ਗੁੱਸੇ ਤੋਂ ਬਚ ਜਾਂਦਾ ਸੀ। ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ ਗੁੱਸੇ ਵਿੱਚ ਆ ਕੇ ਇੱਕ ਹੁਕਮ ਦਿੱਤਾ ਸੀ ਕਿ ਮਹਾਰਾਜਾ ਆਲਾ ਸਿੰਘ ਦੇ ਵਾਲ ਮੁੰਨ ਦਿਓ, ਤਾਂ ਉਸਨੇ ਅਰਜ਼ ਗੁਜ਼ਾਰੀ ਕਿ ਮੈਂ ਆਪਣੇ ਵਾਲ ਖਰੀਦਣਾ ਚਾਹੁੰਦਾ ਹਾਂ। ਬਾਦਸ਼ਾਹ ਮੰਨ ਗਿਆ। ਆਲਾ ਸਿੰਘ ਨੇ ਰਕਮ ਤਾਰ ਦਿੱਤੀ ਤੇ ਵਾਲ ਮੁੰਨ ਹੋਣ ਤੋਂ ਬਚ ਗਏ। ਗਰੀਬ ਨੂੰ ਤਾਂ ਆਮ ਤੌਰ ਤੇ ਸਾਰੀਆਂ ਹੀ ਸਰਕਾਰਾਂ ਟੈਕਸਾਂ ਤੋਂ ਛੋੜ ਦੇ ਦਿੰਦੀਆਂ ਹਨ। ਇਹਨਾਂ ਗਰੀਬਾਂ ਕੋਲ 2 ਡੰਗ ਖਾਣ ਲਈ ਰੋਟੀ ਲਈ ਪੈਸੇ ਨਹੀਂ ਹੁੰਦੇ, ਉਹਨਾਂ ਨੇ ਟੈਕਸ ਕਿੱਥੋਂ ਦੇਣਾ ਹੈ। ਇਹੋ ਕੁਝ ਹੀ ਔਰੰਗਜ਼ੇਬ ਵੇਲੇ ਹੋਇਆ ਤੇ ਇਹੋ ਹੀ ਭਾਰਤ ਸਰਕਾਰ ਵੇਲੇ ਹੋ ਰਿਹਾ ਹੈ। ਦਰਮਿਆਨਾ ਤਬਕਾ ਹੀ ਉਦੋਂ ਟੈਕਸ ਦੀ ਮਾਰ ਥੱਲੇ ਸੀ ਤੇ ਦਰਮਿਆਨਾ ਤਬਕਾ ਹੀ ਹੁਣ ਟੈਕਸ ਦੀ ਮਾਰ ਥੱਲੇ ਹੈ। ਇੱਧਰ ਵੀ ਵੈਲਥ ਟੈਕਸ, ਗਿਫਟ ਟੈਕਸ, ਅਸਟੇਟ ਡਿਊਟੀ ਟੈਕਸ, ਕੈਪੀਟਲ ਗੇਨ ਟੈਕਸ ਬਚਾਉਣ ਲਈ ਭਾਰਤ ਦਾ ਸਿੱਖ ਕੀ ਵਪਾਰੀ ਕੀ ਕਾਰਖਾਨੇਦਾਰ ਤੇ ਕੀ ਕਿਸਾਨ ਹਿੰਦੂ ਬਣ ਰਿਹਾ ਸੀ। ਹਿੰਦੂ ਤਾਂ ਉਦੋਂ ਹੀ ਬਣ ਗਿਆ ਸੀ ਜਿਸ ਦਿਨ ਸੰਵਿਧਾਨ ਲਾਗੂ ਹੋਇਆ ਸੀ। ਸੰਵਿਧਾਨ ਅਨੁਸਾਰ ਇਕੱਲੇ ਸਿੱਖ ਨੂੰ ਹੀ ਹਿੰਦੂ ਨਹੀਂ ਸਮਝਿਆ ਗਿਆ, ਸਗੋਂ ਇਹਨਾਂ ਦੇ ਗੁਰਦੁਆਰੇ ਵੀ ਮੰਦਿਰ ਹੀ ਸਮਝੇ ਗਏ। ਸੰਵਿਧਾਨ ਦੀ ਧਾਰਾ 25(b)(2) ਬੜੀ ਸਪਸ਼ਟ ਹੈ। The reference of Hindus shall be construed as including a reference to person professing Sikh, Jaina or Buddhist religion, and reference to Hindu religious institution shall be construed accordingly। ਅਰਥਾਤ ਸਿੱਖ ਵੀ ਜੈਨੀਆਂ ਤੇ ਬੋਧੀਆਂ ਵਾਂਗ ਹਿੰਦੂ ਹਨ ਤੇ ਇਸੇ ਸੰਦਰਭ ਵਿੱਚ ਹੀ ਇਹਨਾਂ ਦੇ ਧਾਰਮਿਕ ਅਸਥਾਨ ਹਨ। ਸਿਰਲੇਖ ਪਾਗਲਪਣ। ਜੇ ਕੋਈ ਬੰਦਾ ਆਪਣਾ ਜੀਵਨ 2 ਸ਼ਖਸੀਅਤਾਂ ਵਿੱਚ ਜੀ ਰਿਹਾ ਹੋਵੇ ਤਾਂ ਉਸ ਦਾ ਦਿਮਾਗ ਵੀ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤੇ 2 ਦਿਮਾਗੀ ਸ਼ਖਸੀਅਤਾਂ ਰੱਖਣ ਵਾਲਾ ਬੰਦਾ ਕਦੇ ਇੱਕ ਤੇ ਕਦੇ ਦੂਜੀ ਸ਼ਖਸੀਅਤ ਅਨੁਸਾਰ ਜਿਉਂਦਾ ਹੋਣ ਕਰਕੇ ਉਸ ਦਾ ਵਿਹਾਰ ਬਦਲ ਜਾਂਦਾ ਹੈ। ਇਸ ਤਰ੍ਹਾਂ 2 ਇਕੱਠੀਆਂ ਸੋਚਾਂ ਨੂੰ ਜਦੋਂ ਸ਼ਬਦਾਂ ਰਾਹੀਂ ਲੋਕਾਂ ਸਾਹਮਣੇ ਪ੍ਰਗਟ ਕਰਦਾ ਹੈ ਤਾਂ ਉਸ ਦੇ ਸ਼ਬਦ ਉਸ ਦੀ ਦਿਮਾਗੀ ਵੰਡ ਅਨੁਸਾਰ ਰਲ ਮਿਲ ਜਾਂਦੇ ਹਨ। ਉਸੇ ਨੂੰ ਹੀ ਪਾਗਲਪਣ ਦਾ ਨਾਂ ਦਿੱਤਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਸਿੱਖਾਂ ਦੀ ਸੋਚ ਰਲਗੱਡ ਹੋ ਗਈ ਹੈ। ਨਤੀਜੇ ਵਜੋਂ ਸਿੱਖ ਦਿਮਾਗੀ ਤੌਰ ਤੇ ਹਿੱਲ ਗਿਆ ਹੈ। ਜਿਨ੍ਹਾਂ ਅਦਾਰਿਆਂ ਦੇ ਮੁਖੀਆਂ ਨੇ ਆਮ ਸਿੱਖਾਂ ਦਾ ਡਾਕਟਰ ਬਣ ਕੇ ਇਲਾਜ ਕਰਨਾ ਸੀ, ਉਹ ਤਖਤਾਂ ਦੇ ਜਥੇਦਾਰ ਤੇ ਹੋਰ ਮਹੱਤਵਪੂਰਨ ਸਿੱਖ ਆਪ ਵੀ ਇਸ ਰੋਗ ਦੇ ਮਰੀਜ਼ ਹਨ। ਅਰਥਾਤ ਜਿਹੜਾ ਰੋਗ ਬੱਕਰੀ ਨੂੰ ਉਹ ਰੋਗ ਪਠੇਰੇ ਨੂੰ ਵਾਂਗ ਉਹ ਡਾਕਟਰ ਮਰੀਜ਼ਾਂ ਨਾਲੋਂ ਵੀ ਜ਼ਿਆਦਾ ਅਬਲ ਟਬਲ ਬੋਲ ਰਹੇ ਹਨ। ਜਦੋਂ ਡਾਕਟਰ ਵੀ ਬਿਮਾਰ ਹੋਣ ਤੇ ਮਰੀਜ਼ਾਂ ਦਾ ਇਲਾਜ ਕੌਣ ਕਰੇ। ਇਸ ਤਰ੍ਹਾਂ ਸਿੱਖ ਦਿਨੋਂ ਦਿਨ ਧਾਰਮਿਕ ਮਨੋਰੋਗ ਦੇ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਨੇ 12 ਸਾਲ ਤੱਕ ਸੰਘਰਸ਼ ਕੀਤਾ ਤੇ ਰਵਾਇਤੀ ਲੀਡਰਾਂ ਨੂੰ ਬੁਰਾ ਭਲਾ ਕਿਹਾ, ਅੱਜ ਹਾਲਾਤ ਨੇ ਉਹਨਾਂ ਨੂੰ ਉਹਨਾਂ ਲੀਡਰਾਂ ਅੱਗੇ ਹੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਗੋਡੇ ਟੇਕਣ ਵਾਲਿਆਂ ਨੂੰ ਚੇਅਰਮੈਨੀਆਂ, ਮੈਂਬਰੀਆਂ ਤੇ ਮੁਨਾਫ ਬਖਸ਼ ਅਹੁਦੇ ਤਾਂ ਮਿਲ ਹੀ ਜਾਂਦੇ ਹਨ। ਜਦੋਂ ਕੋਈ ਕੈਂਸਰ ਨਾਲ ਮਰ ਰਿਹਾ ਹੋਵੇ, ਉਸ ਦੇ ਗਿੱਟੇ ਦੇ ਕੋਈ ਹੋਈ ਫਿੰਸੀ ਦੀ ਕੀ ਮਹੱਤਤਾ ਰਹਿੰਦੀ ਹੈ।
ਸਿੱਖ ਸਮਾਜ ਵਿੱਚ ਕਈ ਪ੍ਰਚਾਰਕ ਕੈਂਸਰ ਦੇ ਇਲਾਜ ਵੱਲ ਧਿਆਨ ਨਹੀਂ ਦਿੰਦੇ, ਸਗੋਂ ਫਿੰਸੀ ਦੇ ਆਲੇ ਦੁਆਲੇ ਹੀ ਇਲਾਜ ਕਰੀ ਜਾ ਰਹੇ ਹਨ। ਕਦੀ ਕਹਿੰਦੇ ਹਨ ਫਲਾਣੇ ਨੇ ਦਾੜੀ ਕੱਟ ਲਈ, ਫਲਾਣੇ ਦੀ ਘਰਵਾਲੀ ਦੇ ਭਰਵੱਟੇ ਮੁੰਨ ਲਏ, ਫਲਾਣਾ ਸ਼ਰਾਬ ਪੀਂਦਾ ਹੈ, ਫਲਾਣਾ ਮਾਸ ਖਾਂਦਾ ਹੈ। ਸਿੱਖਾਂ ਦੇ ਮਾਮਲੇ ਵਿੱਚ ਜੇ ਕੋਈ ਇਹ ਆਖੇ ਕਿ ਸਿੱਖਾਂ ਦੇ ਧਾਰਮਿਕ ਤੌਰ ਤੇ ਬਿਮਾਰ ਹੋ ਜਾਣ ਦਾ ਇਲਾਜ ਪੰਜਾਂ ਤਖਤਾਂ ਦੇ ਜਥੇਦਾਰਾਂ ਤੋਂ ਸਿਵਾਏ ਹੋਰ ਕੋਈ ਨਹੀਂ ਕਰ ਸਕਦਾ, ਤਾਂ ਸਵਾਲ ਇਹ ਉੱਠਦਾ ਹੈ ਕਿ ਉਹ ਜਥੇਦਾਰ ਤਾਂ ਆਪ ਬਿਮਾਰ ਹਨ, ਫਿਰ ਦੂਜਿਆਂ ਦਾ ਇਲਾਜ ਕਿਵੇਂ ਕਰਨਗੇ? ਗੱਲ ਸੁਣਨ ਵਾਲਾ ਸੁਣ ਕੇ ਹੈਰਾਨ ਹੋ ਸਕਦਾ ਹੈ ਕਿ ਕਦੇ ਡਾਕਟਰ ਵੀ ਪਾਗਲ ਹੋਏ ਹਨ। ਡਾਕਟਰ ਵੀ ਤਾਂ ਇਨਸਾਨ ਹੀ ਹਨ, ਉਹ ਵੀ ਉਸੇ ਹਾਲਤ ਵਿੱਚ ਹੀ ਰਹਿ ਰਹੇ ਹਨ ਜਿਸ ਹਾਲਾਤ ਵਿੱਚ ਆਮ ਸਿੱਖ ਰਹਿ ਰਿਹਾ ਹੈ। ਇਸ ਦਾ ਤਾਂ ਇਹੋ ਹੀ ਹੱਲ ਹੈ ਕਿ ਪਹਿਲਾਂ ਉਹਨਾਂ ਦਾ ਇਲਾਜ ਕੀਤਾ ਜਾਵੇ ਤੇ ਫਿਰ ਆਮ ਸਿੱਖ ਦਾ ਇਲਾਜ ਹੋਵੇ। ਪਰ ਇਹ ਗੱਲ ਸੁਣਨ ਵਾਲੇ ਨੂੰ ਬੜੀ ਅਟਪਟੀ ਜਿਹੀ ਲੱਗਦੀ ਹੈ। ਜੇ ਪਾਗਲਖਾਨੇ ਦਾ ਡਾਕਟਰ ਪਾਗਲ ਹੋ ਜਾਵੇ ਤਾਂ ਕੀ ਉਸ ਡਾਕਟਰ ਦਾ ਇਲਾਜ ਨਹੀਂ ਹੋ ਸਕਦਾ? ਕਿਸੇ ਡਾਕਟਰ ਦੇ ਇਲਾਜ ਕਰਨ ਦਾ ਤਰੀਕਾ ਬਦਲ ਤਾਂ ਨਹੀਂ ਜਾਂਦਾ। ਮਰੀਜ਼ ਤਾਂ ਮਰੀਜ਼ ਹੈ, ਭਾਵੇਂ ਉਹ ਕੋਈ ਵੀ ਹੋਵੇ। ਪਾਗਲਪਣ ਵਿੱਚ ਅਬਲ ਟਬਲੀਆਂ ਗੱਲਾਂ ਤਾਂ ਕੋਈ ਵੀ ਕਰ ਸਕਦਾ ਹੈ। ਜਿਵੇਂ ਅਕਾਲ ਤਖਤ ਦਾ ਇੱਕ ਜਥੇਦਾਰ ਕਹਿ ਰਿਹਾ ਹੈ ਕਿ ਸਿੱਖ ਲਵ ਕੁਸ਼ ਦੀ ਔਲਾਦ ਹੈ, ਤਾਂ ਫਿਰ ਉਹ ਜਾਂ ਤਾਂ ਸੱਚਮੁੱਚ ਹੀ ਦਿਮਾਗੀ ਤੌਰ ਤੇ ਹਿੱਲ ਗਿਆ ਹੈ, ਜਾਂ ਫਿਰ ਉਹ ਸੰਵਿਧਾਨ ਦੀ ਧਾਰਾ 25B ਨੂੰ ਪਾੜਨ ਤੇ ਸਾੜਨ ਵਾਲਿਆਂ ਨੂੰ ਸਿੱਧੇ ਢੰਗ ਨਾਲ ਬੇਵਕੂਫ ਕਹਿ ਰਿਹਾ ਹੈ, ਬਲਕਿ ਉਹ ਸਾਰੀ ਕੌਮ ਨੂੰ ਹੀ ਬੇਵਕੂਫ ਕਹਿ ਰਿਹਾ ਹੈ, ਜਿਸ ਨੇ 12 ਸਾਲ ਵੱਖਰੀ ਹਸਤੀ ਕਾਇਮ ਕਰਨ ਵਾਸਤੇ ਸੰਘਰਸ਼ ਕੀਤਾ ਹੈ। ਇਹੋ ਜਿਹੇ ਹਾਲਾਤ ਵਿੱਚ ਕੀ ਸਾਰੀ ਕੌਮ ਦਾ ਫਰਜ਼ ਨਹੀਂ ਬਣਦਾ ਕਿ ਇਹੋ ਜਿਹੇ ਗੰਭੀਰ ਪਾਗਲ ਦਾ ਇਲਾਜ ਕਰਨ ਵਾਸਤੇ ਅੱਗੇ ਆਵੇ ਤੇ ਉਸ ਦਾ ਇਲਾਜ ਕਰਕੇ ਪੁੰਨ ਖੱਟੇ? ਅਸਲ ਵਿੱਚ ਸਿੱਖ ਪਾਗਲ ਵੀ ਨਹੀਂ, ਬੌਰੇ ਹਨ। ਪਾਗਲ ਬਾਰੇ ਤਾਂ ਪਤਾ ਹੁੰਦਾ ਹੈ ਕਿ ਜਦੋਂ ਇਸ ਨੂੰ ਪਾਗਲਪਣ ਦਾ ਦੌਰਾ ਪਵੇ ਤਾਂ ਇਹ ਕੀ ਹਰਕਤਾਂ ਕਰਦਾ ਹੈ, ਪਰ ਬੌਰੇ ਦਾ ਕੀ ਪਤਾ ਉਹਨੇ ਕੀ ਚੰਦ ਚਾੜ ਦੇਣਾ ਹੈ ਤੇ ਉੱਠ ਕੇ ਕਿੱਧਰ ਨੂੰ ਤੁਰ ਪੈਣਾ ਹੈ। ਕੀ ਪਤਾ ਉਹ ਆਪਣਾ ਮੂੰਹ ਮੱਥਾ ਭਨਾ ਲਵੇ ਜਾਂ ਕਿਸੇ ਦਾ ਸਿਰ ਪਾੜ ਦੇਵੇ। ਕੀ ਪਤਾ ਰੋਣ ਲੱਗ ਪਵੇ ਜਾਂ ਹੱਸਣ ਲੱਗ ਪਵੇ। ਇਸ ਲਈ ਬੌਰਾ ਪਾਗਲ ਤੋਂ ਵੀ ਵੱਧ ਖਤਰਨਾਕ ਹੈ। ਅੱਜ ਲਗਭਗ ਸਾਰੀ ਕੌਮ ਹੀ ਬੌਰੀ ਹੋ ਗਈ ਹੈ। ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਕੁਲਦੀਪ ਸਿੰਘ ਜੀ ਇਹੋ ਜਿਹੇ ਸਾਰੇ ਸਿੱਖਾਂ ਲਈ ਡੌਂਕੀ ਭਾਵ ਖੋਤਾ ਸ਼ਬਦ ਵਰਤਦੇ ਹਨ। ਜੇ ਸਿੱਖ ਲਵ ਕੁਸ਼ ਦੀ ਔਲਾਦ ਹਨ ਤਾਂ ਫਿਰ ਹਿੰਦੂਆਂ ਦਾ ਦਾਅਵਾ ਬਿਲਕੁਲ ਠੀਕ ਹੈ ਕਿ ਸਿੱਖ ਹਿੰਦੂ ਸਮਾਜ ਦਾ ਹੀ ਅੰਗ ਹਨ। ਇਸ ਹਿਸਾਬ ਨਾਲ ਸਿੱਖਾਂ ਨਾਲ ਵਿਤਕਰਾ ਹੋਣ ਵਾਲੀ ਗੱਲ ਵੀ ਮਨ ਘੜਤ ਹੋ ਜਾਂਦੀ ਹੈ। ਫਿਰ ਸਿੱਖਾਂ ਦਾ ਉਹ ਹਰ ਮੁਤਾਲਬਾ ਹੀ ਗਲਤ ਹੋ ਜਾਂਦਾ ਹੈ ਜਿਸ ਵਿੱਚ ਪੰਜਾਬ ਦੇ ਹਿੰਦੂਆਂ ਨੇ ਭਾਗ ਨਹੀਂ ਲਿਆ। ਇਸ ਤਰ੍ਹਾਂ ਹਰ ਹਾਲਤ ਵਿੱਚ ਹੀ ਸਿੱਖ ਹਿੰਦੂ ਸਮਾਜ ਦਾ ਅੰਗ ਬਣ ਜਾਂਦੇ ਹਨ। ਪੰਜਾਬੀ ਸੂਬਾ ਮੰਗਣ ਦੀ ਫਿਰ ਕੀ ਲੋੜ ਸੀ? ਸਮਝਿਆ ਜਾਣਾ ਚਾਹੀਦਾ ਸੀ ਕਿ ਸਾਰੇ ਪੰਜਾਬ ਵਿੱਚ ਹਿੰਦੂ ਹੀ ਵਸਦੇ ਹਨ। ਅਕਾਲ ਤਖਤ ਵੈਸੇ ਵੀ ਕਦੀ ਸਿੱਖਾਂ ਲਈ ਚਾਨਣ ਮੁਰਾਰਾ ਨਹੀਂ ਰਿਹਾ। ਜਿਹੜੀ ਵੀ ਸਰਕਾਰ ਆਈ ਉਹਨੇ ਆਪਣੀ ਮਰਜ਼ੀ ਨਾਲ ਜਥੇਦਾਰ ਨਿਯੁਕਤ ਕੀਤਾ ਤੇ ਫਿਰ ਆਪਣੇ ਹੱਕ ਵਿੱਚ ਵਰਤਿਆ। ਮਹਾਰਾਜਾ ਰਣਜੀਤ ਸਿੰਘ ਇਸ ਕਰਕੇ ਅਕਾਲ ਤਖਤ ਅੱਗੇ ਝੁਕਿਆ ਕਿਉਂਕਿ ਉਹ ਇਖਲਾਕੀ ਮੁਜਰਿਮ ਸੀ। ਇਖਲਾਕੀ ਮੁਜਰਿਮ ਦਾ ਕੋਈ ਸਟੈਂਡ ਨਹੀਂ ਹੁੰਦਾ। ਚਰਿੱਤਰ ਦੇ ਕੇਸ ਵਿੱਚ ਤਾਂ ਲੋਕ ਮਾਮੂਲੀ ਥਾਣੇ ਜਾ ਕੇ ਵੀ ਮੁਆਫੀ ਮੰਗ ਲੈਂਦੇ ਹਨ। ਇਹ ਤਾਂ ਫਿਰ ਅਕਾਲ ਤਖਤ ਸੀ। ਅਖੇ ਰਾਗਮਾਲਾ ਤਖਤ ਅਕਾਲ ਤਖਤ ਤੇ ਨਹੀਂ ਪੜ੍ਹਨੀ, ਦਰਬਾਰ ਸਾਹਿਬ ਪੜ੍ਹੀ ਜਾਊਗੀ। ਜਿਹੜਾ ਅਕਾਲ ਤਖਤ ਰਾਗਮਾਲਾ ਪੜ੍ਹਨੀ ਹੈ ਕਿ ਨਹੀਂ ਵਰਗਾ ਮਾਮੂਲੀ ਝਗੜਾ ਨਹੀਂ ਨਿਪਟ ਸਕਿਆ ਜਾਂ ਨਿਪਟਾ ਸਕਿਆ, ਉਹਨੇ ਹੋਰ ਫੈਸਲੇ ਕੀ ਕਰਨੇ ਹਨ? ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਪਸ਼ਟ ਫਰਮਾਨ ਕੀਤਾ ਹੈ ਕਿ ਦਰਸ਼ਨ ਕਰਨ ਨਾਲ ਨਹੀਂ, ਗੁਰੂ ਸ਼ਬਦ ਨੂੰ ਵਿਚਾਰ ਕਰਨ ਨਾਲ ਹੀ ਮੁਕਤੀ ਹੋ ਸਕਦੀ ਹੈ। ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠਾ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਬੜਾ ਸਰਲ ਤੇ ਸਿੱਧਾ ਉਪਦੇਸ਼ ਹੈ। ਫਿਰ ਸਾਧਾਂ ਕੋਲ ਕੀ ਹੈ ਜਿਹੜਾ ਸਿੱਖ ਸੰਗਤਾਂ ਨੂੰ ਹਿੱਕ ਕੇ ਸਾਧਾਂ ਦੇ ਡੇਰਿਆਂ ਤੇ ਲੈ ਜਾਂਦਾ ਹੈ? ਇਹ ਅਗਿਆਨਤਾ ਹੈ, ਹੋਰ ਕੁਝ ਨਹੀਂ।
ਜਿੱਥੇ ਰੋਗੀ ਘੱਟ ਹੋਣ ਉਸ ਸ਼ਹਿਰ ਜਾਂ ਕਸਬੇ ਵਿੱਚ ਡਾਕਟਰ ਵੀ ਘੱਟ ਵਸਦੇ ਹਨ। ਇਸ ਤਰ੍ਹਾਂ ਤਾਂ ਜਿੱਥੇ ਧਰਮੀ ਲੋਕ ਹੋਣ ਉੱਥੇ ਗੁਰੂ ਤੇ ਸਤਿਗੁਰੂ ਵੀ ਘੱਟ ਪੈਦਾ ਹੋਣੇ ਚਾਹੀਦੇ ਹਨ। ਪਰ ਪੰਜਾਬ ਵਿੱਚ ਪਹਿਲਾਂ 10 ਗੁਰੂ ਸਾਹਿਬਾਨ ਪੈਦਾ ਹੋਏ। ਉਹਨਾਂ ਨੇ ਜ਼ਿੰਦਗੀ ਤੇ ਜੀਵਨ ਜਾਚ ਦਾ ਨਿਚੋੜ ਕੱਢ ਕੇ ਆਪਣੇ ਸਿੱਖਾਂ ਨੂੰ ਦੁਨਿਆਵੀ ਜ਼ੁਲਮਾਂ ਦਾ ਟਾਕਰਾ ਕਰਨ ਦਾ ਵੱਲ ਤੇ ਜਾਚ ਦੱਸੀ। ਲਤਾੜੇ ਤੇ ਮਿੱਧੇ ਹੋਏ ਪੰਜਾਬੀ ਸਿੱਖ ਸਰੂਪ ਵਿੱਚ ਆ ਕੇ ਇੰਨੇ ਬਲਵਾਨ ਹੋਏ ਕਿ ਉਹਨਾਂ ਨੇ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਤੁੱਛ ਜਾਣਿਆ। ਸਤਿਗੁਰਾਂ ਤੋਂ ਬਾਅਦ ਵੀ ਆਪਣੇ ਤੇ ਹੋਈਆਂ ਵਧੀਕੀਆਂ ਦਾ ਮੁਗਲਾਂ ਤੋਂ ਪੂਰਾ ਬਦਲਾ ਲਿਆ। ਫਿਰ ਰਾਜ ਵੀ ਸਥਾਪਿਤ ਕੀਤਾ। ਪਰ 150 ਸਾਲ ਵਿੱਚ ਹੀ ਇਹਨਾਂ ਨਿਘਾਰ ਵਿੱਚ ਆ ਗਿਆ ਕਿ ਅੱਜ ਪੰਜਾਬ ਦੇ ਹਰ 4-5 ਮੀਲ ਦੇ ਏਰੀਏ ਵਿੱਚ ਕਿਸੇ ਨਾ ਕਿਸੇ ਸੰਤ ਦਾ ਡੇਰਾ ਹੈ। ਇਹਨਾਂ ਨੇ ਬਿਮਾਰ ਸਿੱਖ ਸਮਾਜ ਦਾ ਕੋਈ ਇਲਾਜ ਨਹੀਂ ਕੀਤਾ, ਸਗੋਂ ਇਹ ਆਪ ਦਿਨੋਂ ਦਿਨ ਵੱਧ ਬਿਮਾਰ ਤੇ ਮੱਕਾਰ ਹੁੰਦੇ ਜਾਂਦੇ ਹਨ। ਅੱਜ ਸਿੱਖ ਦੁਨੀਆ ਭਰ ਵਿੱਚ ਸਭ ਤੋਂ ਵੱਧ ਝੂਠ ਬੋਲਣ ਵਾਲਿਆਂ ਵਿੱਚ ਗਿਣਿਆ ਜਾਂਦਾ ਹੈ। ਝੂਠ ਬੋਲਣ ਵਿੱਚ ਤਾਂ ਇਸ ਦਾ ਇੰਨਾ ਝਾਕਾ ਲੱਥਾ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਝੂਠ ਬੋਲਣੋਂ ਨਹੀਂ ਟਲਦੇ। ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਸਮਝਾਇਆ ਸੀ ਕਿ ਗਿਆਨ ਕਿਸੇ ਕੋਲੋਂ ਮੰਗਿਆ ਨਹੀਂ ਮਿਲਦਾ। ਇਸੇ ਲਈ ਹੀ ਹੋਰ ਦੇਹਧਾਰੀ ਗੁਰੂਆਂ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਤੇ ਬਿਰਾਜਮਾਨ ਕੀਤਾ। ਪਰ ਅੱਜ ਸਿੱਖ ਇਸ ਹਕੀਕਤ ਤੋਂ ਬੇਮੁਖ ਹੋ ਕੇ ਉਹਨਾਂ ਟੁੱਚੀ ਲੋਕਾਂ ਨੂੰ ਮੱਥਾ ਟੇਕਦਾ ਫਿਰਦਾ ਹੈ ਤੇ ਗਿਆਨ ਮੰਗਦਾ ਫਿਰਦਾ ਹੈ, ਜਿਨ੍ਹਾਂ ਦਾ ਪਰਛਾਵਾਂ ਲੈਣ ਤੋਂ ਵੀ ਸਤਿਗੁਰਾਂ ਨੇ ਰੋਕਿਆ ਤੇ ਖਬਰਦਾਰ ਕੀਤਾ ਸੀ। ਪੰਜਾਬ ਦੇ ਬਹੁਤੇ ਸਾਧ ਐਸੇ ਹਨ ਜਿਹੜੇ ਪੰਜਾਬੀ ਪੜ੍ਹ ਸਕਦੇ ਹਨ ਪਰ ਲਿਖ ਨਹੀਂ ਸਕਦੇ। ਕੋਈ ਜੇ ਇਹਨਾਂ ਨੂੰ ਚੌਥੀ ਦੇ ਇਮਤਿਹਾਨ ਵਿੱਚ ਬਿਠਾ ਦੇਵੇ ਤਾਂ 90% ਫੇਲ ਹੋ ਜਾਣਗੇ। ਇਸ ਕਿਸਮ ਦੇ ਸਾਧ ਇੱਕੋ ਹੀ ਪੰਕਤੀ ਨੂੰ ਬਾਰ-ਬਾਰ ਦੁਹਰਾਈ ਜਾਂਦੇ ਹਨ ਤੇ ਮਾਲਾ ਫੇਰੀ ਜਾਂਦੇ ਹਨ। ਮਨੋਵਿਗਿਆਨੀ ਕਹਿੰਦੇ ਹਨ ਕਿ ਕਿਸੇ ਕੰਮ ਦਾ ਦੁਹਰਾਓ ਜਾਂ ਤਾਂ ਨੀਂਦ ਲਿਆਉਂਦਾ ਹੈ ਜਾਂ ਬੰਦਾ ਨੀਂਦ ਪਾਗਲ ਹੋ ਜਾਂਦਾ ਹੈ। ਕਈ ਸਾਧ ਇਸੇ ਤਰ੍ਹਾਂ ਹੀ ਨੀਂਦ ਪਾਗਲ ਹੋ ਚੁੱਕੇ ਹਨ ਤੇ ਲੋਕ ਸਮਝਦੇ ਹਨ ਕਿ ਇਹਨਾਂ ਨੂੰ ਨਾਮ ਖੁਮਾਰੀ ਚੜੀ ਹੋਈ ਹੈ। ਸਤਿਗੁਰਾਂ ਨੇ ਇੱਕ ਨਿਯਮਿਤ ਨਿਤਨੇਮ ਸਿੱਖ ਸੰਗਤਾਂ ਨੂੰ ਦਿੱਤਾ ਹੈ ਤੇ ਕਿਹੜੀ ਬਾਣੀ ਸਵੇਰੇ ਤੇ ਕਿਹੜੀ ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹਨੀ ਹੈ ਉਹ ਵੀ ਸਭ ਸਮਝਾਇਆ ਹੈ। ਸਾਰਾ ਦਿਨ ਕਿਰਤ ਕਰਨ ਲਈ ਤੇ ਰਾਤ ਆਰਾਮ ਕਰਨ ਦਾ ਉਪਦੇਸ਼ ਦਿੱਤਾ ਹੈ। ਜੇ ਕੋਈ ਵਿਅਕਤੀ ਸਾਰੀ ਰਾਤ ਭਜਨ ਬੰਦਗੀ ਕਰਦਾ ਰਹੇ ਤਾਂ ਸਵੇਰੇ ਕਿਰਤ ਨਹੀਂ ਕਰ ਸਕੇਗਾ। ਜੇਕਰ ਕਿਰਤ ਨਹੀਂ ਕਰੇਗਾ ਤਾਂ ਫਿਰ ਵੰਡ ਕੇ ਕਿਵੇਂ ਛਕੇਗਾ। ਰਾਤ ਦੇ ਕੀਰਤਨ ਤੇ ਹੋਰ ਖੇਖਣ ਤਾਂ ਵਿਹਲੜ ਲੋਕਾਂ ਦੇ ਹਨ। ਰਾਤ ਦੇ ਕੀਰਤਨ ਤਾਂ ਹਿੰਦੂਆਂ ਦੇ ਮਾਤਾ ਦੇ ਜਗਰਾਤੇ ਦੀ ਰੀਸ ਹੈ। ਇਹ ਸਭ ਕੁਝ ਮਨਮਤ ਹੈ। ਨਰਕ ਸਵਰਗ ਦਾ ਵੀ ਸਿੱਖੀ ਵਿੱਚ ਕੋਈ ਰੌਲਾ ਨਹੀਂ। ਇਹ ਜੀਵਨ ਹੀ ਜਿਸ ਵਿੱਚ ਅਸੀਂ ਜਿਉ ਰਹੇ ਹਾਂ ਸਫਲਤਾਪੂਰਵਕ ਗੁਰੂ ਆਛੇ ਅਨੁਸਾਰ ਬਤੀਤ ਹੋਵੇ, ਸਭ ਕੁਝ ਇਸੇ ਵਿੱਚ ਹੀ ਹੈ। ਪਰ ਜਿਨ੍ਹਾਂ ਗੁਰਦੁਆਰਿਆਂ ਵਿੱਚੋਂ ਇਹ ਪ੍ਰੇਰਣਾ ਮਿਲਣੀ ਸੀ ਉਹ ਗੁਰਦੁਆਰੇ ਤਾਂ ਮੰਦਰਾਂ ਦਾ ਰੂਪ ਧਾਰ ਚੁੱਕੇ ਹਨ। ਸਿੱਖਾਂ ਨੂੰ ਗੁਲਾਮੀ ਦੀ ਆਦਤ ਪੈ ਗਈ ਹੈ। ਇਸ ਆਦਤ ਦਾ ਗੁਣ ਹੈ ਕਿ ਉਹ ਹੀਣ ਭਾਵਨਾ ਵੀ ਪੈਦਾ ਕਰਦਾ ਹੈ। ਇਹ ਹੀਣ ਭਾਵਨਾ ਹੀ ਆਜ਼ਾਦੀ ਲਈ ਸੰਘਰਸ਼ ਨਹੀਂ ਕਰਨ ਦਿੰਦੀ। ਸਿੱਖ ਜਦੋਂ ਭੁੱਲ ਭੁਲੇਖੇ ਆਜ਼ਾਦੀ ਦੀ ਗੱਲ ਕਰਨ ਵੀ ਤਾਂ ਬੜੀ ਅਜੀਬ ਜਿਹੀ ਕਲਪਨਾ ਕਰਦੇ ਹਨ। ਆਜ਼ਾਦੀ ਕੈਦ ਦਾ ਉਲਟਾ ਅਰਥ ਹੈ। ਕੈਦੀ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਖਾ ਸਕਦਾ, ਕੁਝ ਨਹੀਂ ਪੀ ਸਕਦਾ, ਕੁਝ ਨਹੀਂ ਪੜ੍ਹ ਸਕਦਾ ਤੇ ਕੁਝ ਨਹੀਂ ਪਹਿਨ ਸਕਦਾ, ਕਿਤੇ ਨਹੀਂ ਜਾ ਸਕਦਾ, ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਪਰ ਆਜ਼ਾਦੀ ਦਾ ਅਰਥ ਵਿਅਕਤੀ ਦੀ ਮਰਜ਼ੀ ਤੇ ਹੈ। ਜੀ ਕਰੇ ਤਾਂ ਸੌਂ ਜਾਵੇ, ਜੀ ਕਰੇ ਕੱਪੜੇ ਪਾ ਕੇ ਬਾਜ਼ਾਰ ਚਲਾ ਜਾਵੇ, ਖਾਵੇ ਪੀਵੇ, ਕੋਈ ਰੋਕ ਟੋਕ ਰੁਕਾਵਟ ਨਹੀਂ। ਬਸ ਆਜ਼ਾਦੀ ਆਜ਼ਾਦੀ ਹੈ। ਪਰ ਖੱਚਰੀ ਭਾਸ਼ਾ ਵਿੱਚ ਆਜ਼ਾਦੀ ਦਾ ਨਾਮ ਬਦਲ ਕੇ ਲਿਆ ਜਾਂਦਾ ਹੈ। ਜਿਵੇਂ ਰਾਮ ਰਾਜ ਵਿੱਚ ਸ਼ੰਭੂਕ ਬੇਕਸੂਰ ਦਾ ਕਤਲ ਹੋਇਆ। ਸੀਤਾ ਦੀ ਅਗਨੀ ਪ੍ਰੀਖਿਆ ਲੈ ਕੇ ਵੀ ਘਰੋਂ ਕੱਢ ਦਿੱਤਾ ਗਿਆ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।